Audio Jungle. Audio Jungle. ਲੱਕੀ ਲੋਕ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਅਰਮਾਨ ਧਾਲੀਵਾਲ। ਕਿਸਾਨੀ ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਕਤ ਪੰਜਾਬ ਦੇ ਵਿੱਚ ਇੱਕ ਹੀ ਮੁੱਦਾ ਭਖਿਆ ਹੋਇਆ ਹੈ, ਉਹ ਹੈ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਨਿਕਲ ਰਹੀਆਂ ਪੂਰੇ ਪੰਜਾਬ ਦੇ ਵਿੱਚ ਸੜਕਾਂ। ਪਿਛਲੇ ਦਿਨੀ ਜੋ ਪਟਿਆਲਾ ਦਾ ਬਾਈਪੀਐਸ ਚੌਂਕਾ ਕਿਸਾਨਾਂ ਵੱਲੋਂ ਘੇਰਿਆ ਗਿਆ ਸੀ, ਉਸ ਤੋਂ ਬਾਅਦ 30 ਤਰੀਕ ਨੂੰ ਟਰੈਕਟਰ ਰੈਲੀ ਕੀਤੀ ਗਈ ਸੀ, ਜਿਸ ਦੇ ਵਿੱਚ ਮੋਤੀ ਮਹਿਲ ਨੂੰ ਘੇਰਾ ਪਾ ਲਿਆ ਗਿਆ ਸੀ ਕਿਸਾਨਾਂ ਵੱਲੋਂ। ਪਰ ਪ੍ਰਸ਼ਾਸਨ ਨੇ 4 ਤਰੀਕ ਦੀ ਜੋ ਮੀਟਿੰਗ ਦਾ ਭਰੋਸਾ ਦਿਵਾਇਆ ਸੀ ਵੀ 4 ਤਰੀਕ ਨੂੰ ਤੁਹਾਡੀ ਮੀਟਿੰਗ ਹੋਵੇਗੀ, ਪਰ ਉਹ ਕਿਸੇ ਕਾਰਨ ਕੋਵਿਡ ਦੇ ਕਾਰਨ ਉਹ ਇੱਕ ਵਾਰ ਪੋਸਟਪੋਨ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਸੀ ਵੀ ਤੁਸੀਂ ਜੋ ਉੱਥੇ ਇਕੱਠ ਹੈ ਕਿਸਾਨਾਂ ਦਾ ਸੀਮਿਤ ਕਰ ਦਿਓ, ਪਰ ਕਿਸਾਨਾਂ ਨੇ ਪ੍ਰਸ਼ਾਸਨ ਦੀ ਮੰਨੀ, ਪਰ ਹਾਲੇ ਤੱਕ ਉਹਨਾਂ ਨੂੰ ਮੀਟਿੰਗ ਨਹੀਂ ਮਿਲੀ। ਉਸੇ ਤਹਿਤ ਅੱਜ ਲੁਧਿਆਣਾ ਵਿਖੇ ਰੋਡ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ ਹੈ। ਉਸ ਮੀਟਿੰਗ ਦੇ ਵਿੱਚ ਕੀ ਫੈਸਲੇ ਲਏ ਗਏ ਨੇ, ਉਸ ਸੰਬੰਧੀ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਪੰਜਾਬ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢਿੱਲੋਂ ਤੇ ਨਾਲ ਕੋਆਰਡੀਨੇਟਰ ਹਰਮਨਪ੍ਰੀਤ ਸਿੰਘ ਡਿੱਕੀ ਜੀ ਤੇ ਪੂਰੇ ਜ਼ਿਲ੍ਹਾ ਪ੍ਰਧਾਨ ਵੀ ਨਾਲ ਨੇ। ਉਹਨਾਂ ਨਾਲ ਕਰਾਂਗੇ ਗੱਲਬਾਤ ਤੇ ਜਾਣਾਂਗੇ ਅਗਲੀ ਰਣਨੀਤੀ। ਥੈਂਕ ਯੂ। ਪ੍ਰਧਾਨ ਜੀ, ਜੋ ਪਟਿਆਲੇ ਬਾਈਪੀਐਸ ਚੌਂਕ ਦੇ ਵਿੱਚ ਧਰਨਾ ਚੱਲ ਰਿਹਾ, ਉਸ ਤੋਂ ਬਾਅਦ 4 ਤਰੀਕ ਦੀ ਮੀਟਿੰਗ ਰੱਖੀ ਗਈ ਸੀ, ਪਰ ਉਹ ਕਿਸੇ ਕਾਰਨ ਕਰਕੇ ਪੋਸਟਪੋਨ ਹੋਈ ਸੀ। ਦੁਬਾਰੇ ਤੁਹਾਨੂੰ ਮੀਟਿੰਗ ਮਿਲੀ ਜਾਂ ਨਹੀਂ ਹਾਲੇ ਤੱਕ? ਪ੍ਰਧਾਨ ਜੀ, ਜੋ 4 ਤਰੀਕ ਦੀ ਮੀਟਿੰਗ ਦਾ ਸਾਨੂੰ ਆਸ਼ਵਾਸਨ ਦਿੱਤਾ ਗਿਆ ਸੀ, ਉਹ ਸਰਕਾਰ ਦੀ ਨਲਾਇਕੀ ਹੈ। ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਹੈਗਾ। ਉਸ ਤੋਂ ਬਾਅਦ ਸਾਨੂੰ ਕੋਈ ਉਹਨਾਂ ਨੇ ਮੀਟਿੰਗ ਦਾ ਏਜੰਡਾ ਨਹੀਂ ਦਿੱਤਾ। ਅੱਜ ਤੁਹਾਡੀ ਜੋ ਰੋਡ ਸੰਘਰਸ਼ ਕਮੇਟੀ ਹੈ ਪੂਰੀ, ਉਹਦੇ ਪ੍ਰਧਾਨਾਂ ਦੀ ਅੱਜ ਮੀਟਿੰਗ ਹੋਈ ਹੈ ਲੁਧਿਆਣਾ ਵਿਖੇ। ਉਸ ਮੀਟਿੰਗ ਦਾ ਕੀ ਏਜੰਡਾ ਸੀ ਤੇ ਕੀ ਫੈਸਲਾ ਲਿੱਤਾ ਗਿਆ ਜੀ? ਅੱਜ ਜਿਹੜੀ ਸਾਡੀ ਇੱਥੇ ਲੁਧਿਆਣੇ ਗੁਰੂ ਘਰ ਦੇ ਵਿੱਚ ਸਾਡੀ ਮੀਟਿੰਗ ਹੋਈ ਹੈ, ਉਹਦੇ ਵਿੱਚ ਸਾਡਾ ਏਜੰਡਾ ਇਹੀ ਸੀਗਾ ਵੀ ਅਸੀਂ ਅਗਲੀ ਰਣਨੀਤੀ ਬਾਰੇ ਸੋਚਿਆ ਹੈਗਾ। ਉਹ ਜਿਹੜੀ 4 ਤਰੀਕ ਦੀ ਮੀਟਿੰਗ ਦਾ ਸਾਡੇ ਨਾਲ ਧੋਖਾ ਕੀਤਾ ਗਿਆ, ਸਾਡੇ ਨਾਲ ਵਿਸ਼ਵਾਸਘਾਤ ਕੀਤਾ ਗਿਆ, ਉਹਦੇ ਵਿੱਚ ਹੀ ਅਸੀਂ ਆਪਣਾ ਰੋਸ਼ਨ ਵਾਲੇ ਧਰਨੇ ਦੇ ਉੱਤੇ ਸੜਕ ਜਾਮ ਕੀਤੀ ਹੋਈ ਹੈ। ਪਰਸੋਂ ਤੋਂ 17 ਤਰੀਕ ਤੋਂ ਅਸੀਂ ਉਹ ਸੜਕ ਜਾਮ ਕੀਤੀ ਹੋਈ ਹੈ, ਔਰ ਉਹ ਸਾਡੀ ਸੜਕ ਉਦੋਂ ਤੱਕ ਹੀ ਜਾਮ ਰਹੂਗੀ ਜਦੋਂ ਤੱਕ ਸਰਕਾਰ ਸਹੀ ਨੀਅਤ ਦੇ ਨਾਲ, ਸਾਫ਼ ਨੀਅਤ ਦੇ ਨਾਲ ਆ ਕੇ ਸਾਡੇ ਨਾਲ ਗੱਲਬਾਤ ਨਹੀਂ ਕਰਦੀ ਔਰ ਸਾਡੀਆਂ ਮੰਗਾਂ ਸੰਬੰਧੀ ਕੋਈ ਉਸਾਰੂ ਫੈਸਲਾ ਨਹੀਂ ਲੈਂਦੀ। ਹੁਣ ਅਸੀਂ ਸਰਕਾਰ ਤੋਂ ਮੀਟਿੰਗਾਂ ਦੀ ਆਸ ਨਹੀਂ ਕਰਦੇ ਹੈਗੇ, ਅਸੀਂ ਸਰਕਾਰ ਤੋਂ ਫੈਸਲੇ ਦੀ ਆਸ ਕਰਾਂਗੇ। ਕੋਵਿਡ ਦੀ ਜੋ ਬਿਮਾਰੀ ਵੀ ਚੱਲ ਰਹੀ ਹੈ, ਉਸ ਦੇ ਤਹਿਤ ਵੀ ਤੁਸੀਂ ਕਿ ਲੋਕਾਂ ਨੂੰ, ਕਿਸਾਨਾਂ ਨੂੰ ਬੇਨਤੀ ਕਰ ਰਹੇ ਹੋ ਵੀ ਤੁਸੀਂ ਧਰਨਿਆਂ ਤੇ ਪਹੁੰਚੋ ਜਾਂ ਇੰਨਾ ਇਕੱਠ ਹੋ ਰਿਹਾ? ਦੇਖੋ ਜੀ, ਅੱਜ ਹਰ ਕਿਸਾਨ, ਹਰ ਪੇਂਡੂ, ਹਰ ਸ਼ਹਿਰੀ ਜਾਗਰੂਕ ਹੈ। ਜਦੋਂ ਉਹ ਧਰਨੇ ਦੇ ਉੱਤੇ ਆਉਂਦਾ ਤਾਂ ਮਾਸਕ ਲਾ ਕੇ ਆਉਂਦਾ, ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਦਾ ਹੈਗਾ, ਸੈਨੀਟਾਈਜੇਸ਼ਨ ਦਾ ਖਿਆਲ ਰੱਖਦਾ ਹੈਗਾ। ਇਸ ਕਰਕੇ ਹਰ ਬੰਦਾ ਜ਼ਿੰਮੇਵਾਰੀ ਨਾਲ ਆਉਂਦਾ ਹੈ। ਪਰ ਮਜਬੂਰ ਤਾਂ ਸਾਨੂੰ ਸਰਕਾਰ ਕਰ ਰਹੀ ਹੈ। ਅਸੀਂ ਤਾਂ ਆਪੋ ਆਪਦੇ ਘਰਾਂ ਦੇ ਵਿੱਚ ਬਹਿ ਕੇ ਖੁਸ਼ ਹਾਂ, ਆਈਸੋਲੇਸ਼ਨ 'ਚ ਬਹਿ ਕੇ ਖੁਸ਼ ਹਾਂ। ਅਸੀਂ ਧਰਨਿਆਂ 'ਤੇ ਆ ਕੇ ਲੈਣਾ ਕੀ ਹੈ? ਜੇ ਸਰਕਾਰ ਸਾਡੀਆਂ ਮੰਗਾਂ ਮੰਨ ਲੈਂਦੀ ਹੈ, ਸਰਕਾਰ ਸਾਨੂੰ ਸੁਣ ਲੈਂਦੀ ਹੈ, ਸਰਕਾਰ ਸਾਡੇ ਦੁੱਖੜੇ ਦੂਰ ਕਰ ਦਿੰਦੀ ਹੈ, ਅਸੀਂ ਕੀ ਲੈਣਾ ਗਾ ਇਸ ਤਰ੍ਹਾਂ ਦੇ ਧਰਨੇ ਪ੍ਰਦਰਸ਼ਨਾਂ ਤੋਂ? ਇਹ ਤਾਂ ਸਰਕਾਰ ਕਰਾ ਰਹੀ ਹੈ। ਅਗਰ ਕੱਲ੍ਹ ਨੂੰ ਉੱਥੇ ਕਿਸੇ ਹਿਊਮਨ ਲਾਈਫ ਦਾ ਨੁਕਸਾਨ ਹੁੰਦਾ ਹੈਗਾ, ਅਗਰ ਕੱਲ੍ਹ ਨੂੰ ਉੱਥੇ ਮਹਾਮਾਰੀ ਹੋਰ ਫੈਲਦੀ ਹੈ, ਤਾਂ ਇਹਦੀ ਜ਼ਿੰਮੇਵਾਰੀ ਤਾਂ ਸਰਕਾਰ ਦੀ ਹੈ, ਸਾਡੀ ਨਹੀਂ ਹੈ। ਅਸੀਂ ਨਹੀਂ ਧਰਨੇ ਮੁਜ਼ਾਹਰੇ ਕਰਕੇ ਖੁਸ਼। ਅਸੀਂ ਤਾਂ ਕਹਿੰਦੇ ਸਾਡੇ ਨਾਲ ਟੇਬਲ 'ਤੇ ਬੈਠੋ, ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਜੇ ਗਲਤ ਨੇ ਤਾਂ ਨਾ ਕਰ ਲਓ, ਜੇ ਸਹੀ ਨੇ ਮੰਨ ਲਓ। ਅਸੀਂ ਆਪੋ ਆਪਦੇ ਘਰਾਂ 'ਚ ਬੈਠੀਏ। ਅਸੀਂ ਪੜ੍ਹੇ ਲਿਖੇ ਲੋਕ ਹਾਂ, ਅਸੀਂ ਏਜਡ ਲੋਕ ਹਾਂ, ਅਸੀਂ ਸੀਨੀਅਰ ਸਿਟੀਜ਼ਨ ਹਾਂ, ਜ਼ਿੰਮੇਵਾਰ ਸਿਟੀਜ਼ਨ ਹਾਂ। ਅਸੀਂ ਕਦੋਂ ਕਹਿੰਦੇ ਹਾਂ ਵੀ ਅਸੀਂ ਸੜਕਾਂ 'ਤੇ ਆ ਕੇ ਰੋਲੀਏ ਜਾਂ ਆਪਣੇ ਆਵਾਮ ਨੂੰ ਸੜਕਾਂ 'ਤੇ ਰੋਲੀਏ? ਇਹ ਤਾਂ ਸਰਕਾਰ ਮਜਬੂਰ ਕਰ ਰਹੀ ਹੈ ਸਾਨੂੰ ਸੜਕਾਂ 'ਤੇ। ਅੱਜ ਜਿਹੜੀ ਸਾਡੀ ਮੀਟਿੰਗ ਹੋਈ ਇਹ ਵੀ ਇਸੇ ਸੰਬੰਧ ਦੇ ਵਿੱਚ ਹੋਈ ਹੈ। ਅੱਜ ਵੀ ਇੱਥੇ ਸਾਰਿਆਂ ਨੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਗਾ, ਸਾਰੇ ਮਾਸਕ ਲਾਇਆ ਗਾ, ਸਾਰਿਆਂ ਨੇ ਸੈਨੀਟਾਈਜੇਸ਼ਨ ਦਾ ਧਿਆਨ ਰੱਖਿਆ ਗਾ। ਆ ਮੇਰੇ ਨਾਲ ਸਾਡੇ ਕੋਆਰਡੀਨੇਟਰ ਤੇ ਜ਼ਿਲ੍ਹਾ ਪ੍ਰਧਾਨ ਹਰਮਨਪ੍ਰੀਤ ਸਿੰਘ ਜੀ ਡਿੱਕੀ ਜੀ ਖੜ੍ਹੇ ਨੇਗੇ, ਜਿਹੜੇ ਤੁਸੀਂ ਦੇਖੋ ਕਿੰਨੀ ਦੇਰ ਤੋਂ ਮਿਹਨਤ ਕਰਦੇ ਆ ਰਹੇ ਨੇ। ਇਹ ਕੀ ਮੁੱਲ ਪਾਇਆ ਸਰਕਾਰ ਨੇ ਇਹਨਾਂ ਦੀ ਮਿਹਨਤ ਦਾ? ਪਾਇਆ ਕੋਈ ਮੁੱਲ? ਕਿੰਨੇ ਮੇਰੇ ਕਿਸਾਨ ਉੱਥੇ ਰੁਲੇ ਨੇ, ਸੜਕਾਂ 'ਤੇ ਰੁਲੇ ਨੇ। 2 ਮਹੀਨੇ ਹੋ ਗਏ ਸਾਡਾ ਬਾਈਪੀਐਸ ਚੌਕ ਦੇ ਵਿੱਚ ਧਰਨਾ ਲੱਗਿਆ ਹੋਇਆ। ਹੁਣ 17 ਤਰੀਕ ਤੋਂ ਇਹਨਾਂ ਨੇ ਸੜਕਾਂ ਜਾਮ ਕਰ ਰੱਖੀਆਂ ਨੇ ਉੱਥੇ। ਸਰਕਾਰ ਦੇ ਕੰਨਾਂ 'ਤੇ ਜੂ ਸਰਕੀ ਹੈ। ਮੇਰਾ ਖਿਆਲ ਹੈ ਇਦੋਂ ਬੇਸ਼ਰਮ ਸਰਕਾਰ ਕੋਈ ਹੋ ਨਹੀਂ ਸਕਦੀ, ਇਦੋਂ ਢੀਠ ਸਰਕਾਰ ਕੋਈ ਹੋ ਨਹੀਂ ਸਕਦੀ, ਜਿਹੜੀ ਆਪਣੇ ਲੋਕਾਂ ਦੀ ਬਲੀ ਲੈਣ ਲਈ ਤੁਲੀ ਹੋਈ ਹੈ। ਸਾਡਾ ਕੋਈ ਕਸੂਰ ਨਹੀਂ ਇਹਦੇ ਵਿੱਚ। ਕੀ ਕਾਰਨ ਹੈ ਜੀ ਜੋ ਮੀਟਿੰਗ ਨਹੀਂ ਦੇ ਰਹੀ ਸਰਕਾਰ? ਦੇਖੋ ਜੀ, ਇਹ ਤਾਂ ਸਰਕਾਰ ਹੀ ਜਾਣਦੀ ਆ ਵੀ ਉਹ ਮੀਟਿੰਗ ਕਿਉਂ ਨਹੀਂ ਦੇ ਰਹੀ। ਕਿਸੇ ਦੇ ਮਨ ਦੀ ਬੇਈਮਾਨੀ ਅਸੀਂ ਕੀ ਕਹਿ ਸਕਦੇ ਹਾਂ? ਜੇ ਸਰਕਾਰ ਜ਼ਿੰਮੇਵਾਰ ਹੋਵੇ ਤਾਂ ਸਾਨੂੰ ਮੀਟਿੰਗ ਦੇਵੇ, ਪਰ ਸਰਕਾਰ ਦਾ ਤਾਂ ਤੁਸੀਂ ਹਾਲ ਦੇਖ ਹੀ ਰਹੇ ਹੋ। ਨਾ ਤਾਂ ਉਹਨੂੰ ਸੀਤਾਫਲ ਤੋਂ ਵੇਲ ਮਿਲ ਰਹੀ ਹੈ, ਨਾ ਉਹਨੂੰ ਚੀਕੂਆਂ ਤੋਂ ਵੇਲ ਮਿਲ ਰਹੀ ਹੈ, ਨਾ ਉਹਨਾਂ ਨੂੰ ਆਪਸੀ ਲੜਾਈ ਤੋਂ। ਉਹ ਤਾਂ ਹੁਣ ਕੁੱਕੜ ਖੇ ਉਡਾਈ ਆਪਣੇ ਸਿਰ 'ਚ ਪਾਈ ਵਾਲੀ ਗੱਲ ਕਰ ਰਹੇ ਨੇ। ਕੁਰਸੀਆਂ ਦੀ ਲੜਾਈ ਲੜ ਰਹੇ ਨੇ, ਕਦੇ ਚੰਨੀ ਦੇ ਖਿਲਾਫ ਹੋ ਜਾਂਦੇ ਨੇ, ਕਦੇ ਬਾਜਵੇ ਦੇ ਖਿਲਾਫ ਹੋ ਜਾਂਦੇ। ਉਹਨਾਂ ਨੂੰ ਵੇਲ ਹੀ ਨਹੀਂ ਹੈਗੀ ਕਿ ਆਮ ਜਨਤਾ ਵੱਲ ਦੇਖਿਆ ਜਾਵੇ। ਰਾਜਾ ਜੀ 4.5 ਸਾਲ ਹੋ ਗਏ, ਕਦੇ ਆਪਣੇ ਮਹਿਲ 'ਚੋਂ ਨਿਕਲ ਕੇ, ਕਦੇ ਆਪਣੇ ਇਕਾਤਵਾਂਸ਼ ਦੇ ਵਿੱਚੋਂ ਨਿਕਲ ਕੇ ਆਏ ਨੇ ਕਦੇ ਲੋਕਾਂ ਦੇ ਵਿੱਚ? ਉਹਨਾਂ ਨੇ ਕਦੇ ਆ ਕੇ ਲੋਕਾਂ ਦੀ ਗੱਲ ਸੁਣੀ ਹੈ? ਉਹ ਕਿੱਡੀ ਸ਼ਰਮ ਤੇ ਬੇਹੂਦਾ ਗੱਲ ਹੈ ਕਿ ਉਹਨਾਂ ਦੇ ਮਹਿਲ ਤੋਂ CM ਸਿਟੀ ਦੇ ਵਿੱਚ
10 ਮੀਟਰ ਦੀ ਦੂਰੀ ਤੇ ਕਿਸਾਨ ਬੈਠੇ ਹੋਣ, 10 ਮੀਟਰ ਦੀ ਦੂਰੀ ਤੇ ਕਿਸਾਨ ਚੀਕਾਂ ਮਾਰ ਰਹੇ ਹੋਣ, ਉਹ ਬੰਦਾ ਆਵੇ ਨਾ ਯਾਰ। ਇਦੋਂ ਵੱਧ ਮੇਰਾ ਖਿਆਲ ਹੈ ਸ਼ਰਮ ਤੇ ਢੀਠਤਾਈ ਦੀ ਹੱਦ ਹੈ, ਇਹ ਹੱਦ ਹੈ। ਪ੍ਰਧਾਨ ਜੀ, ਜੋ ਆਪਣੀ ਚੱਲ ਰਿਹਾ ਧਰਨਾ ਵਾਈਪੀਏ ਚੌਂਕ 'ਚ ਚੱਲ ਹੀ ਰਿਹਾ ਸੀਗਾ, ਪਰ ਹੁਣ ਤੁਸੀਂ ਅਲੱਗ ਤੋਂ ਸੰਗਰੂਰ ਦੇ ਵਿੱਚ ਧਰਨਾ ਮਾਰ ਦਿੱਤਾ ਹੈ। ਖਬਰਾਂ ਇਹ ਆ ਰਹੀਆਂ ਨੇ ਕਿ ਜਥੇਬੰਦੀ ਹੈ ਜੋ ਦੋ ਫਾੜ ਹੋ ਗਈ ਹੈ। ਨਹੀਂ, ਇਹ ਤਾਂ ਸਾਹਮਣੇ ਦਿਖ ਰਿਹਾ, ਇਕੱਠੇ ਖੜੇ ਆ ਸਾਰੇ। ਜਥੇਬੰਦੀ ਦੋ ਫਾੜ ਨਹੀਂ ਹੁੰਦੀ ਜਥੇਬੰਦੀ ਸਟਰੋਂਗ ਹੁੰਦੀ ਹੈ। ਜਦੋਂ ਕਈ ਵਾਰੀ ਕੋਈ ਮਾੜੀ ਮੋਟੀ ਮਤਭੇਦ ਹੋ ਜਾਂਦੇ ਆ, ਪਰ ਜਦੋਂ ਸੌਟ ਆਊਟ ਹੁੰਦੇ ਆ ਤੇ ਜਿਹੜੀ ਜਥੇਬੰਦੀ ਉੱਠਦੀ ਹੈ ਉਹ ਦੁੱਗਣੀ ਤਾਕਤ ਨਾਲ ਉੱਠਦੀ ਹੈ। ਤੇ ਉਸ ਚੀਜ਼ ਦਾ ਤੁਸੀਂ ਆ 1-2 ਦਿਨਾਂ ਦੇ ਵਿੱਚ ਰਿਜ਼ਲਟ ਦੇਖੋਗੇ। ਪੰਜਾਬ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ ਸਾਹਿਬ ਖੜੇ ਆ ਕੋਲੇ, ਇਹਨਾਂ ਦੀ ਅਗਵਾਈ 'ਚ ਅੱਜ ਮੀਟਿੰਗ ਹੋਈ ਹੈ, ਬੜੀ ਕਾਮਯਾਬ ਮੀਟਿੰਗ ਹੋਈ ਹੈ। ਤੇ ਸਾਡਾ ਸੰਗਰੂਰ ਵਾਲਾ ਜਿਹੜਾ ਜ਼ਿਲ੍ਹਾ ਪੂਰਾ ਇਕਜੁੱਟ ਹੋਇਆ ਖੜਾ ਹੈ। ਤੇ ਹੁਣ ਸਾਡੇ ਜਿਹੜੇ ਹੋਰ ਮੇਰੇ ਕਿਸਾਨ ਵੀਰ ਮਾੜੇ ਮੋਟੇ ਕਈ ਵਾਰੀ ਗੁੱਸੇ ਗਿਲੇ 'ਚ ਹੁੰਦੇ, ਉਹ ਵੀ ਨਾਲ ਖੜਨਗੇ ਆ ਕੇ, ਤੇ ਅਸੀਂ ਜਿਹੜਾ ਹੰਗਾਰਾ ਬੜਾ ਵੱਡਾ ਲੈ ਕੇ ਆਵਾਂਗੇ। ਇਹ ਸਰਕਾਰਾਂ ਨੂੰ ਗਲਤਫਹਿਮੀਆਂ ਹੁੰਦੀਆਂ, ਸਰਕਾਰ ਬੜੇ ਦਾਅ ਪੇਚ ਖੇਡਦੀਆਂ ਹੁੰਦੀਆਂ। ਕਈ ਵਾਰੀ ਅਸੀਂ ਆਮ ਇਨਸਾਨ ਹੈ, ਸਾਡੇ ਤੇ ਉਹ ਚੀਜ਼ਾਂ ਅਸਰ ਕਰ ਜਾਂਦੀਆਂ, ਪਰ ਜਦੋਂ ਫਿਰ ਅਸੀਂ ਫੇਰ ਇਕੱਠੇ ਹੁੰਦੇ ਆ, ਫਿਰ ਉਹੀ ਗੱਲ ਆ, ਫਿਰ ਜਦੋਂ 2 ਤੇ 2 4 ਹੁੰਦੇ ਆ, ਫਿਰ ਉਹ ਤੂਫਾਨ ਹੈ, ਉਹ ਸਰਕਾਰ ਨੂੰ ਪਤਾ ਹੀ ਹੈ, ਪਹਿਲਾਂ ਵੀ ਆਇਆ ਤੇ ਅੱਗੇ ਵੀ ਆਊਗਾ। ਸਾਡਾ ਜਿਹੜਾ ਹੁਣ ਸੰਗਰੂਰ ਵਾਲਾ ਧਰਨਾ ਚੱਲ ਰਿਹਾ ਤਕਰੀਬਨ 6 ਮਹੀਨਿਆਂ ਤੋਂ ਚੱਲ ਰਿਹਾ। ਹੁਣ ਅਸੀਂ ਟੋਟਲੀ ਰੋਡ ਜਾਮ ਕਰਤੀ। ਕੱਲ੍ਹ ਇੱਕ ਬੜੀ ਵੱਡੀ ਮਿਸਹੈਪਨਿੰਗ ਹੋ ਜਾਣੀ ਸੀਗੀ, 1-2 ਨੌਜਵਾਨ ਬੱਚੇ ਆ ਕੇ ਉੱਥੇ ਡਿਵਾਈਡਰ ਵਿੱਚ ਲੱਗੇ ਤੇ ਟਰਾਲੀ 'ਚ ਵੀ ਲੱਗੇ ਜਾ ਕੇ, ਤੇ ਐਕਸੀਡੈਂਟ ਹੋਇਆ ਬੜਾ ਵੱਡਾ। ਤੇ ਚਲੋ ਤਾਂ ਮਹਾਰਾਜ ਦੀ ਕਿਰਪਾ ਰਹਿ ਗਈ, ਦੋਨੋਂ ਨੌਜਵਾਨ ਬੱਚੇ ਬਚ ਗਏ। ਤੇ ਪਰ ਸਰਕਾਰ ਦੀ ਕਿੱਡੀ ਵੱਡੀ ਨਲਾਇਕੀ ਹੈ, ਉੱਥੇ ਮੇਰੇ ਕਿਸਾਨ ਸੁੱਤੇ ਪਏ ਸੀ। ਜੇ ਕਿਤੇ ਉਹ ਗੱਡੀ ਨਾ ਟਰਾਲੀ ਹੁੰਦੀ ਜਾਂ ਨਾ ਡਿਵਾਈਡਰ ਹੁੰਦਾ ਤੇ ਬੜਾ ਵੱਡਾ ਨੁਕਸਾਨ ਹੋ ਜਾਣਾ ਸੀ ਕਿਸਾਨਾਂ ਦਾ। ਜ਼ਿੰਮੇਵਾਰ ਕੌਣ ਹੈ? ਕੈਪਟਨ ਸਰਕਾਰ ਜ਼ਿੰਮੇਵਾਰ ਹੈ। 7 ਮਹੀਨਿਆਂ ਤੋਂ ਅਸੀਂ ਸੜਕਾਂ ਤੇ ਰੁਲ ਰਹੇ ਹਾਂ, 6 ਮਹੀਨਿਆਂ ਤੋਂ ਅਸੀਂ ਰੁਲ ਰਹੇ ਹਾਂ। ਤੇ ਜੇ ਸਾਡੇ ਕਿਸੇ ਕਿਸਾਨ ਦਾ ਉੱਥੇ ਨੁਕਸਾਨ ਹੋ ਗਿਆ, ਫਿਰ ਸਰਕਾਰ, ਸਾਨੂੰ ਸਮਝ ਨਹੀਂ ਆ ਰਹੀ ਕਿ ਪੰਜਾਬ ਦਾ ਹਾਲ ਕੀ ਹੋ ਰਿਹਾ ਹੈ। ਜੋ ਸੰਗਰੂਰ ਦੇ ਵਿੱਚ ਅਲੱਗ ਤੋਂ ਧਰਨਾ ਲਾਇਆ, ਉਸ ਦਾ ਕਾਰਨ ਕੀ ਸੀ? ਕਿਉਂਕਿ ਆਲਰੇਡੀ ਪਹਿਲੇ ਹੀ ਜੋ ਪੰਜਾਬ ਲੈਵਲ ਦਾ ਧਰਨਾ ਪਟਿਆਲੇ ਦੇ ਵਿੱਚ ਚੱਲ ਰਿਹਾ ਸੀ। ਉੱਥੇ ਅਸੀਂ ਕਮਿਟਮੈਂਟ ਕਰ ਚੁੱਕੇ ਸੀਗੇ ਪ੍ਰਸ਼ਾਸਨ ਦੇ ਨਾਲ। ਕਮਿਟਮੈਂਟ ਦੇ ਵਿੱਚ ਅਸੀਂ ਕਹਿਤਾ ਸੀ ਕਿ ਅਸੀਂ ਟਰੈਕਟਰ ਘਟਾਵਾਂਗੇ ਉੱਥੋਂ, ਕਰੋਨਾ ਕਰਕੇ ਜੋ ਵੀ ਉਹਨਾਂ ਦੀਆਂ ਗਾਈਡਲਾਈਨ ਸੀ, ਕਿਉਂਕਿ ਸਾਡੀ ਸਾਰੀ ਜਥੇਬੰਦੀ ਗਈ ਸੀ, ਜੋ ਕਮਿਟਮੈਂਟਸ ਕੀਤੀਆਂ ਸੀ ਅਸੀਂ ਉਹਦੇ ਤੇ ਹਜੇ ਪੂਰੇ ਖੜੇ ਹਾਂ। ਪਰ ਸਾਨੂੰ ਉੱਥੇ ਬੈਕਅਪ ਦੀ ਲੋੜ ਸੀਗੀ। ਬੈਕਅਪ ਮਤਲਬ ਸਾਨੂੰ ਕਦੇ ਵੀ ਕੋਈ ਐਮਰਜੈਂਸੀ ਪੈ ਜੇ ਤੇ ਸਾਡਾ ਜਿਹੜਾ ਇਹ ਧਰਨਾ ਨਾਲ ਦੀ ਨਾਲ ਅਸੀਂ ਉੱਥੇ ਵੀ ਮੂਵ ਕਰ ਸਕਦੇ ਹਾਂ। ਸਾਡੇ ਉੱਥੇ ਟਰੈਕਟਰ ਤਿਆਰ ਖੜੇ ਆ, ਕਿਸਾਨ ਸਾਡੇ ਤਿਆਰ ਖੜੇ ਆ। ਅਸੀਂ ਰਵੇਸਲੇ ਨਹੀਂ ਹੋ ਰਹੇ, ਅਸੀਂ ਸਰਕਾਰ ਨੂੰ ਚੇਤਾਵਨੀ ਦੇ ਰਹੇ ਹਾਂ, ਕਿਉਂਕਿ ਸਾਡੇ ਨਾਲ ਹੁਣ ਤਕਰੀਬਨ 14-15 ਦਿਨ ਤਾਂ ਹੋ ਗਏ। ਇੱਕ ਮੀਟਿੰਗ ਦੀ ਕਮਿਟਮੈਂਟ ਕੀਤੀ, ਢਿੱਲੋਂ ਸਾਹਿਬ ਵੀ ਗਏ ਸੀਗੇ, ਸਾਡੀ ਜਥੇਬੰਦੀ ਵੀ ਗਈ ਸੀ, ਨਹੀਂ ਤੱਕ ਸਾਡੀ ਜਿਹੜੀ ਸਾਰ ਨਹੀਂ ਲਈ, ਤੇ ਉਹਦਾ ਅਸੀਂ ਜਵਾਬ ਦੇ ਰਹੇ ਹਾਂ। ਸਾਡੇ ਪੰਜਾਬ ਪ੍ਰਧਾਨ ਦੇ ਨਾਲ ਜੇ ਕੋਈ ਧੋਖਾਧੜੀ ਇਹੋ ਜਿਹੀ ਸਰਕਾਰ ਕਰੂਗੀ ਤੇ ਫਿਰ ਇੱਟ ਦਾ ਜਵਾਬ ਪੱਥਰ ਨਾਲ ਤਾਂ ਅਸੀਂ ਦੇਵਾਂਗੇ। ਸੰਗਰੂਰ ਦੇ ਵਿੱਚ ਵੀ 3 ਦਿਨ ਤੋਂ ਸੜਕ ਜਾਮ ਆ, ਪਰ ਸਰਕਾਰ ਨੇ ਹਾਲੇ ਵੀ ਕੋਈ ਤੁਹਾਨੂੰ ਮੀਟਿੰਗ ਦਾ ਭਰੋਸਾ ਜਾਂ ਕੋਈ ਗੱਲਬਾਤ ਕੀਤੀ ਪ੍ਰਸ਼ਾਸਨ ਨੇ? ਨਹੀਂ, ਲੋਲੀਪੌਪਸ ਲਈ ਫਿਰਦੇ ਆ ਤੇ ਅਸੀਂ ਲੈਂਦੇ ਨਹੀਂ ਹੈਗੇ, ਕਿਉਂਕਿ ਸਾਨੂੰ ਪਹਿਲਾਂ ਬੜੀ ਵਾਰੀ ਮਿਲ ਗਏ। ਅਸੀਂ ਤਾਂ ਕਹਿਤਾ ਮੀਟਿੰਗ ਦੋ, ਸਾਡੇ ਪ੍ਰਧਾਨ ਸਾਹਿਬ, ਸਾਡੀ ਪੰਜਾਬ ਦੀ ਜਥੇਬੰਦੀ ਜਾਊਗੀ, ਮੀਟਿੰਗ ਕਰਕੇ ਆਊਗੀ। ਤੇ ਪਰ ਜਿਹੜਾ ਧਰਨਾ ਸੀ ਉਦੋਂ ਚੱਕਾਂਗੇ ਜਦੋਂ ਸਾਡਾ ਕੋਈ ਫੈਸਲਾ ਹੋ ਗਿਆ। ਤੇ ਨਹੀਂ, ਹੁਣ ਅਸੀਂ ਬੈਠੇ ਹਾਂ, ਸਾਡੇ ਕੋਲ ਜ਼ਮੀਨਾਂ ਤਾਂ ਰਹਿਣੀਆਂ ਨਹੀਂ ਤੇ ਸੜਕਾਂ ਹੀ ਆ। ਫਿਰ ਹੁਣ ਤੋਂ ਅਸੀਂ ਜਿਹੜਾ ਹੈਗਾ ਆਪਦੀ ਪ੍ਰੈਕਟਿਸ ਸ਼ੁਰੂ ਕਰਤੀ, ਤੇ ਸਾਡਾ ਜਿਹੜਾ ਮੋਰਚਾ ਹੈ ਇਹ ਜ਼ਬਰਦਸਤ ਢੰਗ ਨਾਲ ਚੱਲੂਗਾ। ਤੇ ਸਾਨੂੰ ਜਿਹੜੀਆਂ ਵੱਡੀਆਂ ਜਥੇਬੰਦੀਆਂ, ਅਗਰਾਹਾਂ ਗਰੁੱਪ ਹੋ ਗਿਆ, ਡਕੌਂਦਾ ਗਰੁੱਪ ਹੋ ਗਿਆ, ਅੱਜ ਮੈਨੂੰ ਸਵੇਰੇ ਰਾਜੇਵਾਲ ਸਾਹਿਬ ਦਾ ਖੁਦ ਉਹਨਾਂ ਦੀ ਪਾਰਟੀ ਦਾ ਜਿਹੜਾ ਹੈਗਾ ਸਾਡਾ ਇੰਚਾਰਜ, ਉਹਦਾ ਫੋਨ ਆਇਆ, ਤੇ ਇਹ ਸਾਰੇ ਸਾਡੇ ਮਦਦ ਤੇ ਉਤਰੇ। ਤੇ ਹੁਣ ਵੀ ਜੇ ਅਸੀਂ ਇਹੋ ਜਿਹੀਆਂ ਗੱਲਾਂ ਸੋਚਾਂਗੇ ਵੀ ਅਸੀਂ ਸਰਕਾਰ ਦੀਆਂ ਗੱਲਾਂ 'ਚ ਆਵਾਂਗੇ ਜਾਂ ਸਰਕਾਰ ਦੇ ਮਗਰ ਲੱਗਾਂਗੇ, ਤਾਂ ਫਿਰ ਸਾਡੀ ਬੜੀ ਵੱਡੀ ਨਲਾਇਕੀ ਹੋਊਗੀ। ਹੁਣ ਤਾਂ ਅਸੀਂ ਫੈਸਲੇ ਕਰਾਵਾਂਗੇ। ਅੱਜ ਤੁਹਾਡੀ ਮੀਟਿੰਗ ਹੋਈ ਹੈ, ਕੋਈ ਅਗਲੀ ਰਣਨੀਤੀ ਲਿਖੀ ਗਈ ਹੈ ਮੀਟਿੰਗ ਦੇ ਵਿੱਚ? ਹਾਂ, ਉਹ ਹੋਈ ਹੈ ਸਾਡੀ, ਪਰ ਉਹ ਅਸੀਂ ਥੋੜ੍ਹਾ ਜਿਹਾ ਗੁਪਤ ਰੱਖਾਂਗੇ। ਅੱਜ ਅਸੀਂ ਮੀਡੀਆ 'ਚ ਨਹੀਂ ਲੈ ਕੇ ਆ ਸਕਦੇ, ਕਿਉਂਕਿ ਉਹ ਪ੍ਰਧਾਨ ਸਾਹਿਬ ਨੇ ਸਾਨੂੰ ਕਿਹਾ ਕਿ ਸਾਰਾ ਤੁਸੀਂ ਪ੍ਰਧਾਨ ਆਪ ਦੇ ਤੌਰ 'ਤੇ ਉਹਨੂੰ ਰੂਪ ਰੇਖਾ ਦੇ ਕੇ, ਤੇ ਅਸੀਂ ਕੱਲ੍ਹ ਨੂੰ ਫਿਰ ਉਹਨੂੰ ਅਮਲੀ ਜਾਮਾ ਪਹਿਨਾਵਾਂਗੇ। ਤੁਸੀਂ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੀਰ, ਥੈਂਕ ਯੂ। ਤੁਹਾਡੇ ਚੈਨਲ ਦਾ ਵੀ ਬੜਾ ਧੰਨਵਾਦ, ਬੜੀ ਦੂਰ ਤੱਕ ਲੱਭਦੇ ਹੋ ਯਾਰ ਤੁਸੀਂ, ਥੈਂਕ ਯੂ। ਇਹ ਸਨ ਹਰਮਨਪ੍ਰੀਤ ਸਿੰਘ ਡਿੱਕੀ ਜੀ ਤੇ ਪੰਜਾਬ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ, ਜਿਨ੍ਹਾਂ ਨੇ ਤੁਹਾਨੂੰ ਜੋ ਰੋਡ ਸੰਘਰਸ਼ ਕਮੇਟੀ ਦੀ ਅਗਲੀ ਰਣਨੀਤੀ ਹੋਵੇਗੀ ਜਾਂ ਸਰਕਾਰ ਜੋ ਧੋਖਾ ਕਰ ਰਹੀ ਹੈ ਕਿਸਾਨਾਂ ਦੇ ਨਾਲ, ਉਹਦੇ ਬਾਰੇ ਦੱਸਿਆ। ਕੈਮਰਾ ਪਰਸਨ ਸੁਖਦੇਵ ਧਾਲੀਵਾਲ ਦੇ ਨਾਲ ਮੈਂ ਅਰਮਾਨ ਧਾਲੀਵਾਲ, ਲੁਧਿਆਣਾ। ਧੰਨਵਾਦ।